ਜਦੋਂ ਅਸੀਂ ਆਪਣੇ ਪਰਿਵਾਰ ਵੱਲ ਦੇਖਦੇ ਹਾਂ ਨਾ, ਅੱਜ ਕੱਲ੍ਹ ਦਾ ਜੋ ਦੌਰ ਚੱਲ ਰਿਹਾ, ਟ੍ਰੈਜੀਕਲੀ, ਵੈਰੀ ਟ੍ਰੈਜੀਕਲੀ ਸਾਧ ਸੰਗਤ, ਮੈਂ ਕਈ ਵਾਰੀ ਦੇਖਦਾ ਹਾਂ ਸਾਡੀ ਦੌੜ ਪੈਸੇ ਕਮਾਉਣ 'ਚ ਤਾਂ ਲੱਗ ਗਈ। ਫਾਈਨੈਂਸ਼ੀਅਲ ਅਸੀਂ ਚਾਹੁੰਦੇ ਹਾਂ ਕਿ ਸਕਸੈਸ ਹੋਵੇ, ਡਿਵੈਲਪਮੈਂਟ ਹੋਵੇ ਮੇਰੀ ਲਾਈਫ ਵਿੱਚ, ਅਤੇ ਅਸੀਂ ਅਕਸਰ ਜਿਹੜੇ ਪਾਸੇ ਜ਼ਿਆਦਾ ਟਾਈਮ ਦੇਣਾ ਸੀ ਆਪਣੇ ਬੱਚਿਆਂ ਵੱਲ, ਉਧਰ ਟਾਈਮ ਨਹੀਂ ਦੇ ਪਾ ਰਹੇ। ਤੋ ਅਸੀਂ ਅੱਜ ਕਰ ਕੀ ਰਹੇ ਹਾਂ, ਵੀ ਸੈਲਡਮ ਬ੍ਰਿੰਗ ਅਪ ਚਿਲਡਰਨ ਦੀਜ਼ ਡੇਜ਼। ਅਸੀਂ ਉਹਨਾਂ ਨੂੰ ਰੇਜ਼ ਨਹੀਂ ਕਰਦੇ, ਅਸੀਂ ਉਹਨਾਂ ਦੀ ਪਾਲਣ ਪੋਸ਼ਣਾ ਨਹੀਂ ਕਰ ਰਹੇ ਬੱਚਿਆਂ ਦੀ। ਵੀ ਆਰ ਫਾਈਨੈਂਸਿੰਗ ਦੈਮ, ਅਸੀਂ ਸਿਰਫ ਪੈਸੇ ਉਹਨਾਂ ਨੂੰ ਦੇ ਰਹੇ ਹਾਂ। ਫਿਰ ਅਸੀਂ ਗਿਣਾਉਂਦੇ ਵੀ ਹਾਂ, ਲੈ ਮੈਂ ਤੇਰੀ ਪੜ੍ਹਾਈ 'ਤੇ ਇੰਨਾ ਖਰਚਾ ਕੀਤਾ, ਮੈਂ ਤੈਨੂੰ ਇਹ ਲੈ ਕੇ ਦਿੱਤਾ, ਤੂੰ ਇਹ ਨਹੀਂ ਕਰਦਾ। ਸਤਿਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਾਬਾ ਫਰੀਦ ਜੀ ਸਮਝਾਉਂਦੇ ਨੇ, ਇਹ ਟਾਈਮ ਬਹੁਤ ਬਹੁਤ ਕੀਮਤੀ ਹੈ, ਇਸ ਨੂੰ ਅਜਾਈਂ ਨਾ ਗਵਾ। ਜਿੱਥੇ ਤੂੰ ਬਾਹਰਲੀ ਸਕਸੈਸ ਵਾਸਤੇ, ਬਾਹਰੋਂ ਸੋਹਣਾ ਬਣਨ ਵਾਸਤੇ, ਆਪਾਂ ਸ਼ੀਸ਼ੇ ਸਾਹਮਣੇ ਖੜੇ ਹੁੰਦੇ ਹਾਂ ਨਾ, ਅਸੀਂ ਟਾਈਮ ਲਾਉਂਦੇ ਹਾਂ ਸੋਹਣੇ ਬਣਨ ਵਾਸਤੇ, ਅਸੀਂ ਟਾਈਮ ਲਾਉਂਦੇ ਹਾਂ, ਅਸੀਂ ਪੈਸੇ ਇਨਵੈਸਟ ਕਰਦੇ, ਉੱਥੇ ਵੀ ਟਾਈਮ ਲਾਉਂਦੇ ਹਾਂ, ਅਸੀਂ ਜੌਬ 'ਤੇ ਟਾਈਮ ਇਨਵੈਸਟ ਕਰਦੇ ਹਾਂ, ਕਾਹਦੇ ਵਾਸਤੇ? ਰਿਟਰਨਸ ਲੈਣ ਵਾਸਤੇ। ਮੇਰੇ ਮਨਾ ਜਾਣ, ਟਾਈਮ ਬੜਾ ਲਿਮਿਟਿਡ ਰਿਸੋਰਸ ਹੈ, ਇਹਨੂੰ ਇਸ ਪਾਸੇ ਵੀ ਲਗਾ ਜਿੱਧਰੋਂ ਤੈਨੂੰ ਆਨੰਦ ਮਿਲਣਾ ਸੀ। ਬਾਹਰਲੀਆਂ ਚੀਜ਼ਾਂ ਲਈਏ, ਜ਼ਰੂਰ ਲਈਏ, ਕੰਫਰਟ ਸਾਡੇ ਕੋਲ ਹੋਣ, ਲਗਜ਼ਰੀ ਹੋਵੇ, ਬਟ ਨਾਲ ਦੇ ਨਾਲ ਸਾਡੇ ਕੋਲ ਚੈਨ ਵੀ ਤੇ ਹੋਵੇ, ਖੁਸ਼ੀਆਂ ਵੀ ਤੇ ਹੋਣ। ਅੱਛਾ, ਇੱਕ ਸ਼ਬਦ ਹੈ ਭਗਤ ਧੰਨਾ ਜੀ ਦਾ, ਤੁਸੀਂ ਸਾਰਿਆਂ ਨੇ ਸੁਣਿਆ ਹੋਇਆ, ਸਾਰੀ ਸੰਗਤ ਸੁਣਦੀ ਹੈ, ਬਿਕੋਜ਼ ਉਹ ਆਮ ਤੌਰ 'ਤੇ ਗੁਰੂ ਘਰਾਂ ਵਿੱਚ ਸ਼ਾਮ ਨੂੰ ਪੜ੍ਹਿਆ ਜਾਂਦਾ। ਬੜਾ ਪਿਆਰਾ ਸ਼ਬਦ ਭਗਤ ਧੰਨਾ ਜੀ ਦਾ, ਅਤੇ ਉਹ ਫਰਮਾਨ ਕਰਦੇ ਨੇ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਸੁਣਿਆ ਹੋਇਆ ਨਾ? ਆਰਤਾ ਆਰਤਿਆ ਤੋਂ ਬਣਿਆ, ਆਰਤਿਆ ਹੁੰਦਾ ਮੰਗਤਾ। ਹੇ ਗੋਪਾਲ, ਹੇ ਪ੍ਰਮਾਤਮਾ, ਮੈਂ ਤੇਰੇ ਦਰ ਦਾ ਮੰਗਤਾ ਹਾਂ, ਮੈਂ ਤੇਰੇ ਤੋਂ ਮੰਗਦਾ ਹੀ ਤੇ ਰਹਿਣਾ ਹਾਂ। ਗੁਰੂ ਨਾਨਕ ਪਾਤਸ਼ਾਹ ਫਰਮਾਨ ਕਰਦਾ, ਦੇ ਦੇ ਮੰਗੈ ਸਹਿਸਾ ਗੂਣਾ, ਹੈ ਨਾ, ਅਸੀਂ ਮੰਗਦੇ ਹੀ ਰਹਿੰਦੇ ਉਹਦੇ ਕੋਲ, ਉਹ ਦੇਈ ਜਾਂਦਾ ਆ। ਅਤੇ ਉਹ ਪਰਮਾਤਮਾ ਜਿਹੜਾ ਦਾਤਾ ਹੈ ਉਹ ਦੇ ਰਿਹਾ ਆ, ਅਤੇ ਮੈਂ ਚਾਹਤ ਹੈ ਮੇਰੀ, ਤੂੰ ਦਾਤਾ ਹੈ, ਮੈਂ ਤੇਰਾ ਮੰਗਤਾ, ਕਿਉਂਕਿ ਮੇਰੇ ਅੰਦਰ ਚਾਹਤਾਂ ਨੇ ਕਿ ਮੈਨੂੰ ਮਿਲੇ, ਇਹ ਵੀ ਮਿਲੇ, ਉਹ ਵੀ ਮਿਲੇ। ਔਰ ਚੰਗੀ ਗੱਲ ਹੈ, ਇਹ 'ਚ ਕੁਛ ਮਾੜਾ ਨਹੀਂ, ਸਾਨੂੰ ਮਿਲਣਾ ਚਾਹੀਦਾ। ਪਰਮਾਤਮਾ ਦਾ ਬਣਾਇਆ ਹੋਇਆ ਸੰਸਾਰ ਹੈ, ਉਹਦੇ ਬਣਾਏ ਹੋਏ ਅਸੀਂ ਹਾਂ। ਪਰ ਭਗਤ ਧੰਨਾ ਜੀ ਸਾਨੂੰ ਅਰਦਾਸ ਕਰਨ ਦੀ ਜਾਚ ਦੱਸਦੇ ਨੇ, ਅਤੇ ਦੱਸਦੇ ਨੇ ਕਿ ਇਹ ਜੋ ਟਾਈਮ, ਜੋ ਲਾਈਫ ਹੈ, ਇਹਦੇ ਵਿੱਚ ਸਾਨੂੰ ਅਸਲੀਅਤ 'ਚ ਚਾਹੀਦਾ ਕੀ ਹੈ, ਕਿ ਸਿਰਫ ਬਾਹਰਲੀਆਂ ਚੀਜ਼ਾਂ, ਉੱਚੇ ਵੱਡੇ ਮਹੱਲ ਮਾੜੀ ਘਰ ਚਾਹੀਦੇ ਨੇ, ਘੋੜਾ ਜਾਂ ਕਾਰਾਂ ਅੱਜ ਕਹਿ ਲਈਏ ਅਸੀਂ, ਜਾਂ ਬ੍ਰੈਂਡਡ ਕਲੋਥਸ ਹੀ ਚਾਹੀਦੇ ਨੇ, ਜਾਂ ਕੁਛ ਹੋਰ ਵੀ ਚਾਹੀਦਾ ਆ। ਕਈ ਵਾਰੀ ਸਾਨੂੰ ਲੱਗਦਾ ਨਾ ਕਿ ਕਿਸੇ ਬੰਦੇ ਕੋਲ ਬਹੁਤ ਪੈਸਾ ਆ ਅਤੇ ਉਹ ਬੜਾ ਖੁਸ਼ ਹੋਏਗਾ, ਸੁਖੀ ਹੋਏਗਾ। ਐਸਾ ਤਾਂ ਹੁੰਦਾ ਨਹੀਂ। ਲੋਟਸ ਐਂਡ ਲੋਟਸ ਆਫ ਮਨੀ ਕੈਨ ਮੇਕ ਯੂ ਰਿਚ, ਨਾਟ ਹੈਪੀ। ਬਹੁਤ ਸਾਰਾ ਪੈਸਾ ਤੁਹਾਨੂੰ ਅਮੀਰ ਬਣਾ ਸਕਦਾ। ਅਤੇ ਪਤਾ ਟ੍ਰੈਜਡੀ ਕੀ ਹੈ, ਕਿ ਇਸ ਦੁਨੀਆ ਦੇ ਵਿੱਚ ਕਈ ਲੋਕ ਇੰਨੇ ਗਰੀਬ ਨੇ, ਦੇ ਆਰ ਸੋ ਪੂਅਰ, ਸੋ ਪੂਅਰ ਦੈਟ ਆਲ ਦੈਟ ਦੇ ਹੈਵ ਇਜ਼ ਮਨੀ। ਉਹਨਾਂ ਕੋਲ ਸਿਰਫ ਪੈਸਾ ਆ, ਹੋਰ ਕੁਛ ਹੈ ਹੀ ਨਹੀਂ। ਕਈ ਲੋਕ ਇੰਨੇ ਗਰੀਬ ਨੇ ਕਿ ਪੈਸਾ ਹੀ ਆ ਉਹਨਾਂ ਕੋਲ, ਹੋਰ ਕੁਛ ਵੀ ਨਹੀਂ। ਕਿਤੇ ਐਸਾ ਨਾ ਹੋਵੇ ਕਿ ਅਸੀਂ ਬਾਹਰੋਂ ਤਾਂ ਬਹੁਤ ਸਕਸੈਸ ਲੈ ਲਈ, ਅਚੀਵਮੈਂਟਸ ਲੈ ਲਈ, ਪਰ ਜਿਹੜੀ ਚੀਜ਼ ਦੀ ਜ਼ਰੂਰਤ ਸੀ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ। ਟਾਈਮ ਨਿਕਲ ਗਿਆ, ਸਮਾਂ ਨਿਕਲ ਗਿਆ, ਉਹਦੇ ਬਾਅਦ ਅਸੀਂ ਮਿਸ ਕਰਦੇ ਹਾਂ ਕਿ ਬਸ ਸਮਾਂ ਨਿਕਲ ਗਿਆ, ਪਤਾ ਹੀ ਨਹੀਂ ਲੱਗਾ, ਜਿਹੜਾ ਕਰਨਾ ਸੀ ਉਹ ਕੀਤਾ ਹੀ ਨਹੀਂ। ਕਰਨੋ ਹੋ ਤੋ ਸੋ ਨਾ ਕੀਓ। ਭਗਤ ਧੰਨਾ ਜੀ ਸਾਨੂੰ ਦੱਸਦੇ ਨੇ, ਮੰਗਦੇ ਵੀ ਨੇ ਕਿ ਪ੍ਰਮਾਤਮਾ, ਮੰਗਦਾ ਤਾਂ ਮੈਂ ਤੇਰੇ ਤੋਂ ਹੀ ਹਾਂ, ਇਹ ਚੀਜ਼ਾਂ ਤੂੰ ਮੈਨੂੰ ਸੋਹਣਾ ਸਰੀਰ ਦਿੱਤਾ ਹੈ, ਇਸ ਸਰੀਰ ਦੇ ਵਿੱਚ ਅਕਲ ਦਿੱਤੀ ਹੈ, ਪਰਮਾਤਮਾ ਨੇ ਦਿੱਤੀ ਹੈ ਨਾ, ਫਿਰ ਹੀ ਅਸੀਂ ਕੁਝ ਕਰਦੇ ਹਾਂ। ਦੇਖੋ, ਮੈਂ ਕਈ ਵਾਰੀ ਸੋਚਦਾ ਕਿ ਜਿਹੜੇ ਸਾਇੰਟਿਸਟ ਨੇ ਇਹ ਸਾਰਾ ਕੁਝ ਬਣਾਇਆ, ਹੁਣ ਟਾਮਸ ਐਲਵਾ ਐਡੀਸਨ ਨੇ ਬਲਬ ਬਣਾਇਆ, ਰਾਈਟ, ਕਿੱਦਾਂ ਬਣਾਇਆ? ਤੋ ਜਿਹੜੇ ਐਲੀਮੈਂਟਸ ਨਾਲ ਐਡੀਸਨ ਨੇ ਬਲਬ ਬਣਾਇਆ, ਉਹ ਐਲੀਮੈਂਟਸ ਕਿੱਥੇ ਸੀ? ਇਸ ਪਲੈਨਟ 'ਤੇ ਪਹਿਲਾਂ ਹੀ ਮੌਜੂਦ ਸੀ, ਇਸ ਧਰਤੀ 'ਤੇ ਸੀ। ਪਰਮਾਤਮਾ ਨੇ ਸੋਹਣਾ ਸਰੀਰ ਉਹਨੂੰ ਦਿੱਤਾ, ਪਰਮਾਤਮਾ ਨੇ ਉਹਨੂੰ ਦਿਮਾਗ ਦਿੱਤਾ ਜੋ ਸਾਰਿਆਂ ਨੂੰ ਦਿੱਤਾ ਆ। ਠੀਕ ਹੈ, ਸਾਰਿਆਂ ਦੀ ਸੋਚ ਅਲੱਗ ਹੈ, ਸਾਰਿਆਂ ਦਾ ਸੋਚਣ ਦਾ ਢੰਗ ਅਲੱਗ ਹੈ, ਸਾਰਿਆਂ ਨੂੰ ਵੱਖਰੀ ਵੱਖਰੀ ਕੈਪੇਬਿਲਿਟੀਜ਼ ਅਤੇ ਐਬਿਲਿਟੀਜ਼ ਉਸ ਰੱਬ ਨੇ ਕ੍ਰੀਏਟਿਵਿਟੀ ਦੀਆਂ ਦਿੱਤੀਆਂ ਨੇ, ਸਾਰਿਆਂ ਨੂੰ ਦਿੱਤੀਆਂ ਰਚਨਾ ਕਰਨ ਦੀ। ਉਸਨੇ ਉਸ ਪਰਮਾਤਮਾ ਦੇ ਦਿੱਤੇ ਹੋਏ ਦਿਮਾਗ ਨੂੰ ਯੂਜ਼ ਕੀਤਾ, ਇਸ ਬਾਡੀ ਨੂੰ ਯੂਜ਼ ਕੀਤਾ, ਇਹਨਾਂ ਹੱਥਾਂ ਦੇ ਨਾਲ ਐਕਸਪੈਰੀਮੈਂਟਸ ਕੀਤੇ। ਚੀਜ਼ਾਂ ਕਿੱਥੋਂ ਲਈਆਂ? ਇਸ ਧਰਤੀ ਤੋਂ। ਉਹ ਐਲੀਮੈਂਟਸ ਲਏ ਅਤੇ ਜੋੜ ਕੇ ਬਣਾਇਆ ਬਲਬ। ਪਰਮਾਤਮਾ ਦੀ ਦਿੱਤੀਆਂ ਹੋਈਆਂ ਚੀਜ਼ਾਂ ਦਾ ਉਸਨੇ ਸਭ ਕੁਝ ਦਿੱਤਾ ਹੋਇਆ। ਤੋ ਭਗਤ ਧੰਨਾ ਜੀ ਸਾਨੂੰ ਦੱਸਦੇ ਨੇ, ਜਿੱਦਾਂ ਆਪਾਂ ਬਾਕੀ ਸਾਇੰਸਦਾਨ ਵੀ ਦੇਖ ਲੈਂਦੇ, ਵਿਗਿਆਨਿਕ, ਜਿਨ੍ਹਾਂ ਨੇ, ਰਾਈਟ ਬ੍ਰਦਰਜ਼ ਨੇ ਜਦੋਂ ਪਹਿਲੀ ਵਾਰੀ ਸੋਚਿਆ ਕਿ ਅਸੀਂ ਜਹਾਜ਼ ਬਣਾਈਏ, ਅੱਜ ਸਾਰੇ ਅਸੀਂ ਜਹਾਜ਼ 'ਤੇ ਉੱਡਦੇ ਹਾਂ। ਜੇ ਕਿਤੇ ਰਾਈਟ ਬ੍ਰਦਰਜ਼ ਉਹ ਆਪ ਕਿਤੇ ਐਕਸਪੈਰੀਮੈਂਟ ਕਰਨ ਦੀ ਜਗ੍ਹਾ ਰੱਬ ਦੇ ਦਿੱਤੇ ਹੋਏ ਦਿਮਾਗ ਨੂੰ ਅਤੇ ਸਰੀਰ ਨੂੰ ਯੂਜ਼ ਕੀਤੇ ਬਿਨਾਂ ਕਿਸੇ ਧਰਮ ਸਥਾਨ 'ਤੇ, ਕਿਸੇ ਚਰਚ ਵਿੱਚ ਜਾ ਕੇ ਬਹਿ ਜਾਂਦੇ ਅਤੇ ਪ੍ਰੇਅਰ ਕਰਨ ਲੱਗ ਜਾਂਦੇ
ਕਿ ਇਹ ਗੋਡ ਸਾਨੂੰ ਐਰੋਪਲੇਨ ਦੇ ਦੇ, ਸਾਨੂੰ ਐਰੋਪਲੇਨ ਦੇ ਦੇ, ਤੇ ਐਰੋਪਲੇਨ ਤਾਂ ਨਹੀਂ ਸੀ ਮਿਲ ਜਾਣਾ। ਫਿਰ ਰਾਈਟ ਬ੍ਰਦਰਸ ਨੇ ਕੋਈ ਡਿਸਕਵਰੀ ਨਹੀਂ ਸੀ, ਕੋਈ ਇਨਵੈਂਸ਼ਨ ਨਹੀਂ ਸੀ ਕਰਨੀ। ਸੋ ਚੀਜ਼ਾਂ ਪਰਮਾਤਮਾ ਦੇ ਦਿੱਤੀਆਂ ਹੋਈਆਂ। ਐਰੋਪਲੇਨ ਉੱਡਦਾ ਤੇ ਉਸੇ ਲਾਅ 'ਚ ਹੀ ਉੱਡਦਾ ਜੋ ਪਰਮਾਤਮਾ ਦਾ ਬਣਾਇਆ ਹੋਇਆ ਆ। ਉਹ ਨੈਚੁਰਲ ਲਾਅ ਉੱਥੇ ਹੀ ਰਹਿੰਦੇ ਨੇ, ਪਰ ਉਹਨਾਂ ਨੂੰ ਯੂਜ਼ ਕਰਕੇ, ਪਰਮਾਤਮਾ ਦਾ ਦਿੱਤਾ ਹੋਇਆ ਬ੍ਰੇਨ ਯੂਜ਼ ਕਰਕੇ, ਜੇ ਰੱਬ ਨਾ ਹੋਵੇ, ਇਹ ਸਰੀਰ ਨਾ ਹੋਵੇ, ਇਹ ਦਿਮਾਗ ਨਾ ਹੋਵੇ, ਉਹਨਾਂ ਨੇ ਇਸ ਰਿਸੋਰਸ ਨੂੰ ਯੂਜ਼ ਕੀਤਾ। ਭਗਤ ਧੰਨਾ ਜੀ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਹਾਂ, ਦੇਣਾ ਸਭ ਕੁਝ ਪਰਮਾਤਮਾ ਨੇ, ਉਹਨੇ ਸਭ ਕੁਝ ਦਿੱਤਾ ਵੀ ਹੋਇਆ ਹੈ। ਸਭ ਕੁਝ ਸਾਡੇ ਵਾਸਤੇ ਇਸ ਦੁਨੀਆ ਵਿੱਚ ਉਸਨੇ ਬਣਾਇਆ, ਇਸ ਲਾਈਫ ਵਾਸਤੇ। ਵਟ ਐਵਰ ਵੀ ਨੀਡ ਟੂ ਸਸਟੇਨ ਲਾਈਫ ਇਨ ਦਿਸ ਵਰਲਡ, ਉਹਨੇ ਸਭ ਕੁਝ ਬਣਾਇਆ ਆ। ਸਾਡਾ ਟਾਈਮ ਇੱਥੇ ਲਿਮਿਟਿਡ ਹੈ, ਸਾਡੇ ਰਿਸੋਰਸਿਸ ਵੀ ਉਸੇ ਅਨੁਸਾਰ ਉਸਨੇ ਦਿੱਤੇ ਨੇ। ਤੇ ਮੰਗਣਾ ਦੱਸਿਆ, ਕਹਿਣ ਲੱਗੇ ਦਾਲ ਸੀਧਾ ਮੰਗੋ ਘੀਓ, ਕਿ ਰੱਬਾ ਤੂੰ ਮੈਨੂੰ ਸੋਹਣਾ ਸਰੀਰ ਦਿੱਤਾ ਹੈ, ਸੋਹਣੀ ਮੱਤ ਦਿੱਤੀ ਹੈ, ਮੈਨੂੰ ਸੁਰਤ ਦੇ ਕਿ ਮੇਰੇ ਘਰ 'ਚ ਦਾਲ, ਸਿੱਧਾ ਕਹਿੰਦੇ ਨੇ ਚੌਲ ਨੂੰ, ਤੇ ਘਿਓ ਵੀ ਹੋਵੇ। ਆਪਾਂ ਸਾਰੇ ਪੰਜਾਬੀ ਹਾਂ, ਘਰ ਵਿੱਚ ਦਾਲ ਚੌਲ ਤੇ ਘਿਓ ਹੋਣ ਦਾ ਮਤਲਬ ਇਹ ਹੈ ਕਿ ਘਿਓ ਭਾਵ ਚੰਗਾ ਖਾਣਾ ਹੋਵੇ। ਤਾਂ ਮੇਰੇ ਘਰ ਵਿੱਚ ਮੇਰੇ ਡਾਈਨਿੰਗ ਟੇਬਲ 'ਤੇ ਖਾਣਾ ਚੰਗਾ ਹੋਵੇ, ਮੈਂ ਅਰਨ ਕਰ ਸਕਾਂ, ਮੈਨੂੰ ਇਹੋ ਜਿਹੀ ਕਾਬਲੀਅਤ ਦੇ, ਇਹੋ ਜਿਹਾ ਸਕਿੱਲ ਦੇ ਕਿ ਮੈਂ ਅੱਛਾ ਕੰਮ ਕਰਕੇ ਆਪਣੇ ਡਾਈਨਿੰਗ ਟੇਬਲ ਦੇ ਉੱਤੇ ਸੋਹਣਾ ਖਾਣਾ ਲੈ ਆਵਾਂ। ਅੱਛਾ ਖਾਣਾ, ਅੱਛਾ ਭੋਜਨ, ਅੱਛਾ ਫੂਡ ਹੋਵੇ, ਨਿਊਟ੍ਰੀਸ਼ੀਅਸ ਫੂਡ ਹੋਵੇ। ਪਰ ਅੱਗੇ ਇੱਕ ਕੰਡੀਸ਼ਨ ਹੈ, ਜਿਹੜੀ ਮੰਗਣੀ ਜ਼ਰੂਰੀ ਸੀ, ਜਿਹਦੇ ਵਾਸਤੇ ਵਰਕ ਕਰਨਾ ਸੀ, ਜਿਹਦੇ ਵੱਲ ਅਸੀਂ ਟਾਈਮ ਇਨਵੈਸਟ ਕੀਤਾ ਹੀ ਨਹੀਂ। ਅਸੀਂ ਡਾਈਨਿੰਗ ਟੇਬਲ ਦੇ ਉੱਤੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਤੇ ਲੈ ਆਏ, ਅਲੱਗ-ਅਲੱਗ 36 ਤਰ੍ਹਾਂ ਦਾ ਭੋਜਨ ਤਾਂ ਲੈ ਆਏ, ਲੋਟਸ ਐਂਡ ਲੋਟਸ ਆਫ ਵੈਰਾਈਟੀਜ਼ ਆਫ ਫੂਡ ਤੇ ਸਾਡੇ ਡਾਈਨਿੰਗ ਟੇਬਲ ਤੇ ਆ ਗਿਆ। ਕਦੀ ਅਸੀਂ ਕਿਸੇ ਰੈਸਟੋਰੈਂਟ 'ਚ, ਕਦੀ 5 ਸਟਾਰ ਹੋਟਲ ਤੇ ਜਾਣ ਲੱਗ ਗਏ, ਪਰ ਜਿਹੜੀ ਚੀਜ਼ ਦੀ ਲੋੜ ਸੀ ਉੱਧਰ ਅਸੀਂ ਫੋਕਸ ਹੀ ਨਹੀਂ ਕੀਤਾ। ਭਗਤ ਧੰਨਾ ਜੀ ਕਹਿੰਦੇ ਮੇਰੇ ਘਰ 'ਚ ਸੋਹਣਾ ਖਾਣਾ ਡਾਈਨਿੰਗ ਟੇਬਲ ਤੇ ਆਵੇ, ਪਰ ਇਹ ਪ੍ਰਮਾਤਮਾ ਮੇਰੀ ਅਰਦਾਸ ਪਤਾ ਕੀ ਹੈ, ਦਾਲ ਸਿੱਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਕਿ ਮੇਰੇ ਮਨ 'ਚ ਖੁਸ਼ੀ ਹੋਵੇ। ਜਿਹੜੇ ਮੇਰੇ ਪਰਿਵਾਰ ਦੇ ਮੈਂਬਰਸ ਡਾਈਨਿੰਗ ਟੇਬਲ ਤੇ ਬੈਠੇ ਨੇ ਨਾ, ਭਾਵੇਂ ਉੱਥੇ 36 ਤਰ੍ਹਾਂ ਦਾ ਭੋਜਨ ਹੋਵੇ, ਭਾਵੇਂ ਦਾਲ ਚੌਲ ਹੀ ਹੋਵੇ, ਉਹਨਾਂ ਦੇ ਮਨ 'ਚ ਚਾਅ ਹੋਵੇ, ਉਹਨਾਂ ਦੇ ਮਨ 'ਚ ਖੁਸ਼ੀ ਹੋਵੇ, ਚੈਨ ਹੋਵੇ। ਦੱਸੋ ਕਿ ਅਸੀਂ ਇਸ ਪਾਸੇ ਇਨਵੈਸਟ ਕਰ ਰਹੇ ਹਾਂ ਟਾਈਮ ਨੂੰ, ਆਪਣੇ ਰਿਸੋਰਸ ਨੂੰ, ਉਸ ਤਿਲ ਥੋੜ੍ਹੇ ਜਿਹੜੇ ਸਾਡੇ ਕੋਲ ਹੈਗੇ ਨੇ। ਕਿ ਅੱਜ ਐਸਾ ਅਸੀਂ ਨਹੀਂ ਦੇਖ ਰਹੇ ਕਿ ਡਾਈਨਿੰਗ ਟੇਬਲ ਤੇ ਡਿਸ਼ਸ ਤੇ ਬਹੁਤ ਨੇ, ਪਰ ਭਰਾ ਆਪਣੇ ਭਰਾ ਦੇ ਲਾਗੇ ਬੈਠ ਕੇ ਰੋਟੀ ਨਹੀਂ ਖਾ ਪਾ ਰਿਹਾ। ਅਸੀਂ ਆਪਣੇ ਬੱਚਿਆਂ ਦੇ ਲਾਗੇ ਬੈਠ ਕੇ ਉਹਨਾਂ ਦੇ ਨੇੜੇ ਨਹੀਂ ਹੋ ਪਾ ਰਹੇ। ਉਹ ਖੁਸ਼ੀ ਨਹੀਂ, ਚਾਅ ਹੀ ਨਹੀਂ ਰਿਹਾ, ਉਹ ਪਿਆਰ ਹੀ ਨਹੀਂ ਰਿਹਾ। ਉਹ ਕਿਵੇਂ ਹੋਣਾ ਸੀ? ਯੂ ਨੀਡ ਟੂ ਇਨਵੈਸਟ ਦੈਟ ਰਿਸੋਰਸ ਦੇਅਰ, ਉੱਥੇ ਉਹ ਟਾਈਮ ਇਨਵੈਸਟ ਕਰਨਾ ਸੀ। ਇਸੇ ਹੀ ਤਰ੍ਹਾਂ ਜਿਸ ਤਰ੍ਹਾਂ ਅਸੀਂ ਟਾਈਮ ਇਨਵੈਸਟ ਕਰਦੇ ਹਾਂ ਸ਼ੀਸ਼ੇ ਸਾਹਮਣੇ ਆਪਣੀ ਫਿਜ਼ੀਕਲ ਅਪੀਅਰੈਂਸ ਵਾਸਤੇ, ਅਸੀਂ ਟਾਈਮ ਇਨਵੈਸਟ ਕਰਨਾ ਸੀ ਆਪਣੀ ਮੈਂਟਲ ਹੈਲਥ ਵਾਸਤੇ। ਅੰਦਰਲੀ ਮੈਲ ਜਾਵੇ, ਮੈਨੂੰ ਚੈਨ ਆਵੇ, ਅੰਦਰੋਂ ਮੇਰੇ ਔਗਣ ਜਾਣ, ਮੈਂ ਸਵੇਰੇ ਉੱਠ ਕੇ ਥੋੜ੍ਹੀ ਦੇਰ ਲਈ ਧਿਆਨ ਵਿੱਚ ਬੈਠਦਾ, ਮੈਡੀਟੇਟ ਕਰਦਾ। ਮੈਡੀਟੇਸ਼ਨ ਸਿਰਫ ਕਿਸੇ ਇੱਕ ਵਰਡ 'ਤੇ ਨਹੀਂ ਹੁੰਦੀ, ਗੁਰੂ ਦੇ ਗਿਆਨ 'ਤੇ ਮੈਡੀਟੇਸ਼ਨ ਹੁੰਦੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਸਤਿਗੁਰੂ ਨੇ ਕਿਹਾ ਐਸਾ ਗਿਆਨ ਜਪੋ ਮਨ ਮੇਰੇ, ਗਿਆਨ ਨੂੰ ਜਪ। ਗੁਰੂ ਦੀ ਦੱਸੀ ਹੋਈ ਗੱਲ ਦੇ ਉੱਤੇ ਮੈਡੀਟੇਟ ਕਰ, ਧਿਆਨ ਕਰ। ਜਦੋਂ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਮੈਡੀਟੇਟ ਕਰਾਂਗੇ, ਟਾਈਮ ਲਾਉਣਾ ਪੈਂਦਾ ਨਾ, ਮਿਹਨਤ ਲੱਗਦੀ ਹੈ। ਉਹ ਮਿਹਨਤ ਕਰਨੀ, ਉਹ ਟਾਈਮ ਉੱਧਰ ਲਾਉਣਾ। ਯਾਦ ਰੱਖ ਇਹ ਤਿਲ ਬੜੇ ਥੋੜ੍ਹੇ ਨੇ, ਇਹਨਾਂ ਨੂੰ ਕੇਅਰਫੁਲੀ ਯੂਜ਼ ਕਰ। ਨੋਬਡੀ ਸਟਾਪਸ ਯੂ ਕਿ ਆਪਣਾ ਟਾਈਮ ਅਸੀਂ ਬਾਹਰ ਇਨਵੈਸਟ ਕਰ ਰਹੇ ਹਾਂ, ਬਾਹਰਲੀ ਸਕਸੈਸ ਵਾਸਤੇ, ਅਚੀਵਮੈਂਟਸ ਵਾਸਤੇ। ਉਹ ਪ੍ਰੋਫੈਸ਼ਨਲ ਵੀ ਹੈ, ਉਹ ਸੋਸ਼ਲ ਵੀ ਹੈ, ਪਰ ਨਾਲ ਦੇ ਨਾਲ ਉਹ ਫੈਮਿਲੀ, ਉਹ ਮੈਂਬਰਸ, ਉਹ ਰਿਲੇਸ਼ਨਸ, ਉਹ ਵੀ ਮੇਰੇ ਰਿਸੋਰਸਿਸ ਨੇ। ਮੈਂ ਉੱਧਰ ਵੀ ਇਨਵੈਸਟ ਕਰਾਂ ਟਾਈਮ ਨੂੰ। ਮੈਂ ਖੁਦ ਆਪਣੇ ਆਪ ਵਿੱਚ ਪਰਮਾਤਮਾ ਦਾ ਬਣਾਇਆ ਹੋਇਆ ਇੱਕ ਵੱਡਾ ਰਿਸੋਰਸ ਹਾਂ। ਇਹ ਲਾਈਫ ਬੜੀ ਸ਼ਾਰਟ ਹੈ। ਜੇ ਕਿਤੇ ਇਹ ਅਹਿਸਾਸ ਆ ਜਾਵੇ, ਸਾਧ ਸੰਗਤ ਮੈਂ ਇੱਕ ਐਗਜ਼ਾਮਪਲ ਦਿੰਦਾ ਛੋਟਾ ਜਿਹਾ। ਕੋਈ ਬੰਦਾ ਬਹੁਤ ਬਿਮਾਰ ਹੋਇਆ, ਬਹੁਤ ਜ਼ਿਆਦਾ, ਅਤੇ ਉਹ ਕੋਈ ਇਹੋ ਜਿਹੀ ਬਿਮਾਰੀ ਲੱਗ ਗਈ ਜਿਹਦਾ ਕੋਈ ਇਲਾਜ ਨਹੀਂ। ਬੜੇ ਚਿਰ ਇਲਾਜ ਕਰਾਇਆ, ਮੈਡੀਸਿਨ ਕਰਾਈ, ਪਰ ਕੋਈ ਫਰਕ ਨਹੀਂ ਪਿਆ। ਅੱਜ ਡਾਕਟਰਸ ਨੇ ਕਿਹਾ ਕਿ ਤੇਰੇ ਕੋਲ ਨਾ ਸਿਰਫ 1 ਹਫ਼ਤਾ ਬਚ ਗਿਆ, ਯੂ ਆਰ ਲੈਫਟ ਵਿਦ ਓਨਲੀ 1 ਵੀਕ ਵਿਦ ਯੂ। ਤੇਰੇ ਕੋਲ ਜੀਣ ਦਾ ਸਿਰਫ 1 ਹਫ਼ਤਾ ਬਚਿਆ। ਹੁਣ ਹੋ ਸਕਦਾ ਕਿਉਂਕਿ ਬੜੇ ਸਾਲਾਂ ਤੋਂ ਇਲਾਜ ਕਰਾ ਰਿਹਾ ਸੀ, ਹੋ ਸਕਦਾ ਕਿ ਉਹਨੂੰ ਕੋਈ ਫਰਕ ਨਾ ਪਵੇ ਕਿ ਠੀਕ ਹੈ, ਆਈ ਵਾਜ਼ ਅੰਡਰ ਗੋਇੰਗ ਥਰੂ ਆਲ ਦੈਟ ਪੇਨ, ਅਤੇ ਹੁਣ ਅਖੀਰਕਾਰ ਮੈਨੂੰ ਛੁੱਟੀ ਮਿਲ ਜਾਏਗੀ। ਅਤੇ ਹੋ ਸਕਦਾ ਸ਼ੌਕ ਵੀ ਲੱਗੇ। ਪਰ ਜਦੋਂ ਬੰਦਾ ਸਮਝਦਾਰ ਹੋਵੇ ਅਤੇ ਉਹਨੂੰ ਪਤਾ ਲੱਗੇ ਕਿ ਮੇਰੇ ਕੋਲ 1 ਹਫ਼ਤਾ ਹੈ, ਆਫਟਰ 1 ਵੀਕ ਆਈ ਨਾਟ ਬੀ ਹੇਅਰ, ਮੈਂ ਇੱਥੇ ਨਹੀਂ ਰਹਿਣਾ। ਦੱਸੋ ਉਹ ਲੜਾਈਆਂ ਕਰੇਗਾ? ਉਹ ਨਫ਼ਰਤ ਕਰੇਗਾ ਕਿਸੇ ਦੇ ਨਾਲ? ਉਹ ਕਿਤੇ ਬੈਠ ਕੇ ਕਿਸੇ ਹੋਰ ਦੀ ਨਿੰਦਿਆ ਕਰੇਗਾ? ਨਹੀਂ ਕਰੇਗਾ।
ਉਹਦਾ ਧਿਆਨ ਇਸ ਚੀਜ਼ ਤੇ ਹੋਏਗਾ ਕਿ all I am left with is 7 days. I have to spend this quality time with my parents, with my children. ਇਹ ਮੈਂ ਕੁਆਲਿਟੀ ਟਾਈਮ ਆਪਣੇ ਆਪ ਨੂੰ ਸੋਹਣਾ ਚੰਗਾ ਬਣਾਉਣ ਲਈ ਲਾਵਾਂ, ਮੈਂ ਕੋਈ ਚੰਗੇ ਕੰਮ ਇਹੀ ਕਰੇਗਾ ਨਾ। ਫਿਰ ਕੋਈ ਮੇਰੇ ਵਰਗਾ ਉਹਨੂੰ ਜਾ ਕੇ ਕਹੇ ਨਾ ਕਿ ਚੱਲ ਆਪਾਂ ਮਾੜਾ ਕੰਮ ਕਰੀਏ, ਤੇ ਉਹਨੇ ਕੀ ਕਹਿਣਾ, ਨਹੀਂ ਭਾਈ ਬਥੇਰਾ ਕਰ ਲਿਆ, ਹੁਣ ਹੋਰ ਨਹੀਂ ਕਰਨਾ, ਇਹੀ ਕਹੇਗਾ ਨਾ। ਕਿਉਂਕਿ ਉਹਨੂੰ ਸਾਹਮਣੇ ਐਂਡ ਨਜ਼ਰ ਆ ਰਿਹਾ, ਉਹਨੂੰ ਪਤਾ ਲੱਗ ਰਿਹਾ ਕਿ ਮੇਰੇ ਤਿਲ ਬੜੇ ਥੋੜੇ ਨੇ, ਮੈਂ ਇਹਨਾਂ ਨੂੰ ਸੰਭਾਲ ਕੇ ਯੂਜ਼ ਕਰਨਾ, ਮੈਂ ਇਹਨਾਂ ਨੂੰ ਵੇਸਟ ਨਹੀਂ ਕਰਨਾ। ਉਹਨੂੰ ਤੇ 7 ਦਿਨ ਦਾ ਪਤਾ ਹੈ, ਹੀ ਨੋਜ਼ ਅਬਾਊਟ 7 days ਕਿ ਆਫਟਰ 7 days ਆਈਲ ਬੀ ਗੋਨ। ਸਾਨੂੰ ਕਿਹੜੀ ਗਰੰਟੀ ਹੈ, ਕੀ ਪਤਾ ਸਾਨੂੰ। ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੌਤ ਨਾ ਜਾਣਾ, ਆਈਲ ਨਾਟ ਬੀ ਹੇਅਰ ਦ ਨੈਕਸਟ ਵੈਰੀ ਮੂਮੈਂਟ। ਕੋਈ ਪਤਾ ਹੈ ਅਗਲੇ ਮੂਮੈਂਟ ਅਸੀਂ ਨਹੀਂ ਹੋਣਾ, ਕੱਲ੍ਹ ਸਵੇਰੇ ਆਪਾਂ ਨਹੀਂ ਉੱਠਣਾ, ਅੱਜ ਸ਼ਾਮ ਨੂੰ ਅਸੀਂ ਇਸ ਦੁਨੀਆ ਤੋਂ ਚਲੇ ਜਾਣਾ, ਕੋਈ ਗਰੰਟੀ ਹੈ? ਕੁਝ ਪਤਾ ਹੀ ਨਹੀਂ। ਤੇ ਅਸੀਂ ਆਪਣਾ ਟਾਈਮ ਵੇਸਟ ਕਰ ਰਹੇ ਹਾਂ ਉਹਨਾਂ ਚੀਜ਼ਾਂ ਵਿੱਚ ਜਿਨ੍ਹਾਂ 'ਚ ਔਗਣ ਆ ਰਹੇ ਨੇ, ਜਿਨ੍ਹਾਂ 'ਚ ਬੁਰਾਈਆਂ ਨੇ। ਡੋਂਟ ਵੇਸਟ ਯੋਰ ਟਾਈਮ ਇਨ ਨਿੰਦਿਆ, ਚੁਗਲੀ, ਈਰਖਾ, ਇਹਦੇ 'ਚ ਟਾਈਮ ਵੇਸਟ ਨਾ ਕਰੀਏ, ਮਾੜੇ ਕੰਮ ਕਰਨ ਵਿੱਚ ਟਾਈਮ ਵੇਸਟ ਨਾ ਕਰੀਏ। ਇਸ ਤਰ੍ਹਾਂ ਦਾ ਅਹਿਸਾਸ ਆਪਣੀ ਲਾਈਫ ਵਿੱਚ ਹਮੇਸ਼ਾ ਹਰ ਪਲ ਰੱਖੀਏ ਕਿ ਤਿਲ ਥੋੜੜੇ ਨੇ। I don't know when I have to close the chapter of my book of life and I have to go. ਮੈਨੂੰ ਜਾਣਾ ਪੈਣਾ ਹੈ, ਉਹਦੇ ਲਈ ਕੋਈ ਪ੍ਰਾਇਰ ਇੰਡੀਕੇਸ਼ਨ ਨਹੀਂ ਆਉਣੀ। ਚੰਗੇ ਭਲੇ ਹੈਲਦੀ ਲੋਕ ਚਲੇ ਜਾਂਦੇ, ਕਹਿੰਦੇ ਨਾ ਅਸੀਂ ਕੱਲ੍ਹ ਤਾਂ ਮਿਲਿਆ ਸੀ, ਸੁਪਨਾ ਹੀ ਹੋ ਗਿਆ, ਇੱਦਾਂ ਹੀ ਹੋ ਜਾਣਾ, ਸਾਰਿਆਂ ਨੇ ਸੁਪਨੇ ਹੋ ਜਾਣਾ। ਤੋ ਅਸੀਂ ਇਸ ਲਾਈਫ ਵਿੱਚ ਆਏ ਹਾਂ, ਬਿਗੇਸਟ ਰਿਸੋਰਸਿਸ ਦਿਸ ਲਾਈਫ ਇਟਸੈਲਫ, ਇਹਨੂੰ ਜੁਡੀਸ਼ੀਅਲੀ ਸਮਝਦਾਰੀ ਨਾਲ ਸੋਚ ਸਮਝ ਕੇ ਅਸੀਂ ਯੂਜ਼ ਕਰੀਏ ਜਿਸ ਲਾਈਫ ਵਿੱਚ ਅਸੀਂ ਆਏ। ਬਾਬਾ ਫਰੀਦ ਜੀ ਦੀ ਬਾਣੀ ਸਾਨੂੰ ਚੇਤੇ ਰਹੇ, ਫਰੀਦਾ ਜੇ ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਸ਼ਹੁ ਨੰਡੜਾ ਥੋੜਾ ਮਾਣ ਕਰੀ। ਐਵੇਂ ਆਕੜੀ ਨਾ ਜਾ, ਐਵੇਂ ਹਉਮੈ ਵਿੱਚ ਅਹੰਕਾਰ ਵਿੱਚ ਨਾ ਆ। ਇਹ ਜ਼ਿੰਦਗੀ ਦੀ ਜਿਹੜੀ ਤੇਰੀ ਮਲਕੀਅਤ ਹੈ, ਤੂੰ ਓਨਰ ਹੈ ਇਸ ਲਾਈਫ ਦਾ, ਪਰ ਇਹ ਮਲਕੀਅਤ ਬਹੁਤ ਛੋਟੀ ਹੈ, ਬਹੁਤ ਛੋਟਾ ਜਿਹਾ ਮਾਲਕ ਹੈ, ਬੜਾ ਥੋੜਾ ਜਿਹਾ ਟਾਈਮ ਹੈ। ਚੰਗਿਆਈ ਕਰ, ਭਲਾ ਕਰ, ਕਾਈਂਡਨੈਸ, ਕੰਪੈਸ਼ਨ, ਬ੍ਰਦਰਹੁੱਡ ਲੈ ਕੇ ਆਈਏ, ਲਵ ਹੋਵੇ ਸਾਡੀ ਲਾਈਫ ਵਿੱਚ, ਸੈਕਰੀਫਾਈਸ ਹੋਵੇ, ਅੱਛਾ ਹੋਵੇ। ਐਸੇ ਕਰਮ ਕਰੀਏ ਕਿ ਸਾਨੂੰ ਰਿਗਰੈਟ ਨਾ ਰਹੇ ਕਿ ਅਗਲਾ ਪਲ ਸਾਡਾ ਲਾਸਟ ਹੈ। ਕਿਸੇ ਨੇ ਬੜੀ ਸੋਹਣੀ ਗੱਲ ਕਹੀ, ਉਹ ਮੈਂ ਕਹਿ ਕੇ ਖਿਮਾ ਦਾ ਜਾਚਕ ਹੋਵਾਂਗਾ। ਗਿਆਨ ਇਸ ਤਰ੍ਹਾਂ ਲਵੋ, ਸਿੱਖੋ ਇਸ ਤਰ੍ਹਾਂ ਜਿਵੇਂ ਤੁਸੀਂ ਸਦਾ ਹੀ ਜਿਉਣਾ ਹੈ। ਲਰਨ ਐਜ਼ ਇਫ ਯੂ ਹੈਵ ਟੂ ਲਿਵ ਫੋਰ ਐਵਰ ਐਂਡ ਲਿਵ ਐਜ਼ ਇਫ ਯੂ ਹੈਵ ਟੂ ਡਾਈ ਟੂਮਾਰੋ। ਜੀਓ ਇੱਦਾਂ ਕਿ ਤੁਸੀਂ ਕੱਲ੍ਹ ਹੀ ਮਰ ਜਾਣਾ ਹੈ। ਭੁੱਲ ਚੁੱਕ ਦੀ ਖਿਮਾ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।